ਸੋ ਇਸ ਪਵਿੱਤਰ ਦਰ ਦੇ ਉੱਤੇ ਇੱਥੋਂ ਦੇ ਮੈਨੇਜਰ ਸਾਹਿਬ ਸਰਦਾਰ ਲਖਬੀਰ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ। ਬੜਾ ਸੰਗਤਾਂ ਦਾ ਚਾਅ ਉਤਸ਼ਾਹ ਇਸ ਵਕਤ ਦੇਖਣ ਨੂੰ ਮਿਲ ਰਿਹਾ। ਕੁਝ ਬਚਨ ਇਹਨਾਂ ਦੇ ਸਾਂਝੇ ਕਰਾਉਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਖਸੀਅਤ ਨੇ, ਬ੍ਰਹਮ ਗਿਆਨੀ ਨੇ, ਜਿਨ੍ਹਾਂ ਨੇ ਦੂਸਰੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਤਿਲਕ ਲਾਉਣ ਦੀ ਰਸਮ ਅਦਾ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਥਾਪੇ ਗਏ। ਇਹ ਉਸ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਪਵਿੱਤਰ ਜਨਮ ਸਥਾਨ ਹੈ, ਜਿੱਥੇ ਅੱਜ ਅਸੀਂ ਇਸ ਸੰਗਤਾਂ ਦੇ ਇਕੱਠ ਨੂੰ ਵੇਖਦੇ ਹੋਏ ਬਾਬਾ ਬੁੱਢਾ ਸਾਹਿਬ ਜਨਮ ਦਿਹਾੜਾ ਮਨਾ ਰਹੇ ਹਾਂ। ਬੜੀਆਂ ਖੁਸ਼ੀਆਂ ਅਤੇ ਚਾਵਾਂ ਦੇ ਨਾਲ, ਸ਼ਰਧਾ ਭਾਵਨਾ ਨਾਲ ਸੰਗਤਾਂ ਜਿਹੜੀਆਂ ਉਹ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ ਔਰ ਗੁਰੂ ਕੀਆਂ ਸੰਗਤਾਂ ਲਈ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਹਨ। ਲੰਗਰ, ਰਿਹਾਇਸ਼ ਲਈ ਸੰਗਤਾਂ ਦੀਆਂ ਵਿਸ਼ੇਸ਼ ਸਹੂਲਤਾਂ ਲਈ ਪ੍ਰਬੰਧ ਕੀਤੇ ਗਏ ਹਨ। ਇਸ ਅਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੁਚੱਜੇ ਢੰਗ ਨਾਲ ਚਲਾਈ ਜਾ ਰਹੀ ਹੈ ਔਰ ਸੰਗਤਾਂ ਦੀ ਹਰ ਪ੍ਰਕਾਰ ਨਾਲ ਇੱਥੇ ਸਹਾਇਤਾ ਵੀ ਚੱਲਦੀ ਹੈ ਜੀ। ਸੋ ਬਿਲਕੁਲ ਇਸ ਸਥਾਨ ਦੇ ਉੱਤੇ ਦੂਰੋਂ ਨੇੜੇ ਆਈਆਂ ਸੰਗਤਾਂ ਵਾਸਤੇ ਜਿੱਥੇ ਲੰਗਰ ਦਾ ਪ੍ਰਬੰਧ ਦਿਨ ਰਾਤ ਚੱਲਦਾ, ਰਿਹਾਇਸ਼ ਦਾ ਪ੍ਰਬੰਧ ਵੀ ਮੌਜੂਦ ਹੈ। ਸੋ ਗੁਰੂ ਕੀਆਂ ਸੰਗਤਾਂ ਇਸ ਦਰ ਦੇ ਉੱਤੇ, ਕਿਉਂਕਿ ਜੋ ਅੰਮ੍ਰਿਤਸਰ ਪਠਾਨਕੋਟ ਹਾਈਵੇ ਹੈ ਉਸ ਦੇ ਉੱਪਰ ਹੀ ਇਹ ਸਥਾਨ ਸੁਭਾਇਮਾਨ ਹੈ। ਸੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਆਪਾਂ ਕਰਕੇ ਤੇ ਬਾਬਾ ਜੀ ਦੀਆਂ ਅਸੀਸਾਂ ਪ੍ਰਾਪਤ ਕਰ ਸਕਦੇ ਹਾਂ ਜੀ। ਤਿੰਨ ਕੀ ਰੇਣ ਮਿਲੈ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ, ਨਾਨਕ ਤਿੰਨ ਕੀ ਰੇਣ ਪੂਰੇ ਭਾਗ ਪਾਈਐ, ਜਿਨ ਰਾਮ ਨਾਮ ਚਿੱਤ ਲਾਇਆ। ਧੰਨ ਧੰਨ ਬਾਬਾ ਬੁੱਢਾ ਜੀ ਦਾ ਜਦ ਅਸੀਂ ਜੀਵਨ ਦਰਸ਼ਨ ਕਰਦੇ ਹਾਂ ਇਤਿਹਾਸ ਦੇ ਵਿੱਚੋਂ, ਤੇ ਇਹ ਪੰਕਤੀਆਂ ਸਾਕਸ਼ਾਤ ਉਹਨਾਂ ਦੇ ਜੀਵਨ ਦੇ ਉੱਪਰ ਟੁਕਦੀਆਂ ਨੇ, ਤਾਂ ਹੀ ਉਹਨਾਂ ਦੇ ਦਰ ਦੇ ਉੱਤੇ ਉਹਨਾਂ ਦੀ ਚਰਨ ਧੂੜੀ ਲੈਣ ਦੇ ਵਾਸਤੇ ਇਹ ਸੰਗਤਾਂ ਜੁੜਦੀਆਂ ਨੇ, ਕਿਉਂਕਿ ਇਸ ਚਰਨ ਧੂੜੀ ਦੇ ਵਿੱਚ ਬੜੀ ਸ਼ਕਤੀ ਹੁੰਦੀ, ਬੜੀ ਤਾਕਤ ਹੁੰਦੀ ਹੈ। ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਉਹ ਫਿਰ ਇਸ ਦਰ ਦੇ ਸਰ ਦਲ ਦੇ ਉੱਤੇ ਆ ਕੇ ਜਿੱਥੇ ਸੀਸ ਝੁਕਾਉਂਦੇ ਨੇ, ਸੰਗਤਾਂ ਦੇ ਜੋੜੇ ਝਾੜਦੇ ਨੇ, ਉੱਥੋਂ ਦੀ ਚਰਨ ਧੂੜੀ ਲੈ ਕੇ ਇਹ ਮੱਥੇ ਦੀਆਂ ਲਕੀਰਾਂ ਬਦਲਣ ਦੇ ਸਮਰੱਥ ਹੁੰਦੀ ਹੈ। ਐਸੇ ਦਰ ਦੀ ਰੇਣ, ਐਸੇ ਦਰ ਦੀ ਚਰਨ ਧੂੜੀ। ਸੋ ਸੰਗਤ ਜੀ, ਇਹ ਬੜੀਆਂ ਵੱਡੀਆਂ ਬਖਸ਼ਿਸ਼ਾਂ ਵਾਲਾ ਦਰ ਕੱਥੂ ਨੰਗਲ ਜਨਮ ਸਥਾਨ ਧੰਨ ਧੰਨ ਬਾਬਾ ਬੁੱਢਾ ਜੀ, ਜਿਸ ਤੇ ਕਿ ਇਸ ਵਕਤ ਆਪਾਂ ਦਰਸ਼ਨ ਕਰ ਰਹੇ ਹਾਂ। ਤੇ ਇਸ ਦਰ ਦੇ ਉੱਤੇ ਬੇਅੰਤ ਸੰਗਤਾਂ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਆਉਂਦੀਆਂ ਨੇ ਤੇ ਮਨ ਵਾਂਛਿਤ ਫਲ ਪਾਉਂਦੀਆਂ ਨੇ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾ। ਬ੍ਰਹਮ ਗਿਆਨੀ ਪਰਮ ਪੂਜਨੀਕ ਬਾਬਾ ਬੁੱਢਾ ਜੀ ਦੇ ਜਨਮ ਸਥਾਨ ਦੇ ਉੱਪਰ ਇਸ ਵਕਤ ਆਪਾਂ ਖੜੇ ਹੋਏ ਹਾਂ ਤੇ ਉਹਨਾਂ ਦੇ ਜੀਵਨ ਦੀ ਉੱਲਾ ਮਿਸਾਲ ਕਥਾ ਜਿਹੜੀ ਹੈ ਆਪਾਂ ਸਰਵਣ ਕਰਦੇ ਪਏ। ਸਾਡੇ ਨਾਲ ਗਿਆਨੀ ਸੁੱਚਾ ਸਿੰਘ ਜੀ ਹੈਡ ਗ੍ਰੰਥੀ ਇਸ ਪਵਿੱਤਰ ਜਨਮ ਸਥਾਨ ਤੋਂ ਸਾਡੇ ਨਾਲ ਉਸ ਪਵਿੱਤਰ ਇਤਿਹਾਸ ਦੀ ਸਾਂਝ ਕਰਦੇ ਪਏ ਨੇ। ਕਿਵੇਂ ਉਹ ਖੇਡਾਂ ਵਰਤਾਈਆਂ ਨੇ ਬਾਬਾ ਬੁੱਢਾ ਜੀ ਨੇ, ਉਹ ਸਾਰਾ ਨਜ਼ਾਰਾ ਇਸ ਵਕਤ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਨਾਲ ਅੱਗੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ ਜਿੰਨੀ ਸਤਿਗੁਰ ਕਿਰਪਾ ਕਰ ਰਹੇ ਨੇ ਵਿਚਾਰ ਹੋ ਰਹੀ ਹੈ। ਜੇ ਉਹ ਇਹ ਸਥਾਨ ਹੈ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਥਾਨ ਗੁਰਦੁਆਰਾ ਕੱਥੂ ਨੰਗਲ। ਇੱਥੇ ਬਹੁਤ ਸਾਰੀਆਂ ਸੰਗਤਾਂ ਰੋਜ਼ਾਨਾ ਹੀ ਨਤਮਸਤਕ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਸੰਗਤਾਂ ਬਾਬਾ ਜੀ ਦੇ ਦਰ ਦੇ ਉੱਤੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਉਂਦੀਆਂ ਨੇ। ਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਹੁਤ ਸਾਰੀਆਂ ਸੰਗਤਾਂ ਦੀਆਂ ਜਿਹੜੀਆਂ ਆਸਾਂ ਨੇ, ਉਹਨਾਂ ਦੀਆਂ ਇਛਾਵਾਂ ਨੇ ਪੂਰੀਆਂ ਕਰਦੇ ਨੇ। ਜਿਹੜੇ ਸ਼ਰਧਾ ਭਾਵਨਾ ਦੇ ਆ ਕੇ
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀਆਂ ਕਰਦੇ ਨੇ। ਜਿਸ ਤਰ੍ਹਾਂ ਸਤਿਗੁਰਾਂ ਦਾ ਫਰਮਾਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਕਿ ਜਿਹੜੇ ਜੀਵ ਸੱਚੇ ਨਾਮ ਦਾ ਜਾਪ ਕਰਦੇ ਨੇ ਤੇ ਇੱਛਾ ਪੂਰਕ ਉਹਨਾਂ ਜੀਵਾਂ ਦੀਆਂ ਸਾਰੀਆਂ ਜਿਹੜੀਆਂ ਮਨ ਦੀਆਂ ਛਾਵਾਂ ਨੇ, ਕਿਉਂਕਿ ਹਰੇਕ ਜੀਵ ਦੀਆਂ ਵੱਖੋ ਵੱਖਰੀਆਂ ਛਾਵਾਂ ਨੇ, ਪਰ ਸਤਿਗੁਰਾਂ ਤੇ ਸਾਨੂੰ ਜ਼ਿਆਦਾ ਇਹ ਬਖਸ਼ਿਸ਼ ਕਰਨੀ ਕੀਤੀ ਹੈ ਕਿ ਜੇ ਜੀਵ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਦਾਤ ਪ੍ਰਾਪਤ ਕਰ ਲਵੇ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜੇ ਇਹੋ ਜੀ ਅਵਸਥਾ ਕਿਸੇ ਜੀਵ ਦੀ ਬਣ ਜਾਵੇ ਕਿ ਸੱਚੇ ਪਾਤਸ਼ਾਹ ਜੇ ਤੂੰ ਮੈਨੂੰ ਨਾਮ ਦੀ ਦਾਤ ਜਿਹੜੀ ਦੇ ਦਵੇਂ, ਨਾਮ ਦੀ ਦਾਤ ਤੇਰੇ ਦਰ ਤੋਂ ਮੈਨੂੰ ਪ੍ਰਾਪਤ ਹੋ ਜਾਵੇ, ਤੇ ਮੇਰੀਆਂ ਸਾਰੀਆਂ ਹੀ ਭੁੱਖਾਂ ਜਿਹੜੀਆਂ ਦੂਰ ਹੋ ਜਾਂਦੀਆਂ ਨੇ। ਕਿਉਂਕਿ ਹਰੇਕ ਜੀਵ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਭੁੱਖਾਂ ਜਿਹੜੀਆਂ ਨੇ ਲੱਗੀਆਂ ਨੇ, ਉਹ ਸਾਰੀਆਂ ਭੁੱਖਾਂ ਜਿਹੜੀਆਂ ਗੁਰੂ ਦੀ ਕਿਰਪਾ ਦੇ ਨਾਲ ਦੂਰ ਹੁੰਦੀਆਂ ਨੇ। ਜਿਸ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਕਿਰਪਾ ਕੀਤੀ, ਉਹਨਾਂ ਦੀਆਂ ਸਾਰੀਆਂ ਹੀ ਭੁੱਖਾਂ ਜਿਹੜੀਆਂ ਸਤਿਗੁਰਾਂ ਨੇ ਦੂਰ ਕਰ ਦਿੱਤੀਆਂ। ਤਾਂ ਹੀ ਅੱਜ ਇਹ ਜਿਹੜਾ ਗੁਰਦੁਆਰਾ ਸਾਹਿਬ ਨਾ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਤੇ ਬਣਿਆ, ਤੇ ਬਹੁਤ ਵੱਡੀ ਬਿਲਡਿੰਗ ਆ, ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਰੋਜ਼ਾਨਾ ਆਉਂਦੀਆਂ ਨੇ। ਹਰ ਸਾਲ ਜਿਹੜਾ ਹੈ 7 ਕੱਤਕ ਨੂੰ ਇੱਥੇ ਮੇਲਾ ਮਨਾਇਆ ਜਾਂਦਾ, ਜਾਂ 22 ਅਕਤੂਬਰ ਜਾਂ 23 ਅਕਤੂਬਰ ਨੂੰ ਹਰ ਸਾਲ ਇਹ ਮੇਲਾ ਆਉਂਦਾ ਹੈ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਮੇਲੇ ਦੇ ਵਿੱਚ ਇੱਥੇ ਆ ਕੇ ਸ਼ਰਧਾ ਭਾਵਨਾ ਦੇ ਨਾਲ, ਰਸਤਾਂ ਬੰਸਤਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਆਪਣੇ ਲੰਗਰਾਂ ਦੀ ਜਿਹੜੀ ਸੇਵਾ ਕਰਕੇ ਗੁਰੂ ਦਰ ਦੇ ਉੱਤੋਂ ਬਖਸ਼ਾਂ ਪ੍ਰਾਪਤ ਕਰਦੀਆਂ ਨੇ। ਬਹੁਤ ਸਾਰੇ ਜੀਵ ਜਿਹੜੇ ਨੇ ਇਸੇ ਪੁੱਤਰਾਂ ਦੀ ਦਾਤ ਦੀ ਅਰਦਾਸ ਬੇਨਤੀ ਕਰਾਉਂਦੇ ਨੇ। ਬ੍ਰਹਮ ਗਿਆਨੀ ਤੇ ਪੁੱਤਰ ਵੀ ਦਿੰਦੇ ਨੇ, ਧੀਆਂ ਵੀ ਦਿੰਦੇ ਨੇ, ਪਰ ਜ਼ਿਆਦਾਤਰ ਜਿਹੜੀ ਸੰਸਾਰ ਦੇ ਵਿੱਚ ਇੱਕ ਰੀਤ ਬਣੀ ਹੈ ਕਿ ਪੁੱਤਰ ਦੀ ਦਾਤ ਦੀ ਜ਼ਿਆਦੀ ਲੋਕ ਜਿਹੜੇ ਨੇ ਇੱਥੇ ਆ ਕੇ ਅਰਦਾਸ ਬੇਨਤੀ ਕਰਾਉਂਦੇ ਆ। ਹੋਰ ਜਿਹੜੀਆਂ ਜੀਵਨ ਦੇ ਵਿੱਚ ਜੀਵ ਨੂੰ ਸੁੱਖਾਂ ਦੀ ਪ੍ਰਾਪਤੀ ਦੀਆਂ ਇਹੋ ਜਿਹੀਆਂ ਅਰਦਾਸਾਂ ਕਰਾਉਂਦੇ ਆ, ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਵੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਜੀਵਾਂ ਦੇ ਉੱਤੇ ਆਪਣੀ ਪੂਰਨ ਬਖਸ਼ਿਸ਼ ਕਰ ਦਿੰਦੇ ਨੇ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਨੇ। ਕਿਉਂਕਿ ਗੁਰੂ ਦਰ ਦੇ ਉੱਤੇ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਹਮੇਸ਼ਾ ਹੀ ਉਸ ਦੀ ਬਰਸਾਤ ਹੁੰਦੀ ਹੈ। ਪਰ ਜਿਸ ਜੀਵ ਨੇ ਆਪਣੇ ਸਰੀਰ ਰੂਪੀ ਘੜੇ ਦਾ ਮੁੱਖ ਜਿਹੜਾ ਸਿੱਧਾ ਰੱਖਿਆ ਹੈ, ਉਸ ਸਰੀਰ ਰੂਪੀ ਘੜੇ ਦੇ ਵਿੱਚ ਗੁਰੂ ਦੀ ਬਖਸ਼ਿਸ਼ ਪੈਂਦੀ ਹੈ। ਪਰ ਜਿਹੜੇ ਜੀਵਾਂ ਨੇ ਗੁਰੂ ਵੱਲੋਂ ਆਪਣਾ ਮੁੱਖ ਮੋੜ ਲਿਆ, ਭਾਵ ਕਿ ਆਪਣੇ ਸਰੀਰ ਰੂਪੀ ਘੜੇ ਦਾ ਮੁੱਖ ਜਿਹੜਾ ਪੁੱਠਾ ਕਰ ਲਿਆ, ਫਿਰ ਉਸ ਨੂੰ ਕੂੜੇ ਕਰਕਟ ਨੇ ਭਰ ਲਿਆ, ਉਹਨਾਂ ਜੀਵਾਂ ਦੇ ਉੱਤੇ ਐਸੀਆਂ ਬਖਸ਼ਾਂ ਨਹੀਂ ਹੁੰਦੀਆਂ। ਜੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਆਪਾ ਭਾਵ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆ ਕੇ ਡਿੱਗ ਪੈਣ ਕਿ ਸਗਲ ਦਵਾਰ ਕੋ ਛਾੜ ਕੇ ਗਏ ਹੋ ਤੁਹਾਰੋ ਦਵਾਰ, ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਦਵਾਰ, ਤੇ ਉਹਨਾਂ ਜੀਵਾਂ ਉੱਤੇ ਵੀ ਸਤਿਗੁਰਾਂ ਦੀ ਬ੍ਰਹਮ ਗਿਆਨੀ ਦੀ ਕਿਰਪਾ ਹੋ ਜਾਂਦੀ ਹੈ। ਕਿਉਂਕਿ ਜਿਸ ਤਰ੍ਹਾਂ ਪਾਰਸ ਜਿਹੜਾ ਸੜੇ ਹੋਏ ਲੋਹੇ ਨੂੰ ਸੋਨਾ ਨਹੀਂ ਬਣਾਉਂਦਾ, ਪਰ ਗੁਰੂ ਦਰ ਦੇ ਉੱਤੇ ਭਾਵੇਂ ਜਿੰਨਾ ਵੀ ਕੁਸਾਕਤ ਨੀਚ ਧੰਮ ਜੀਵ ਆ ਜਾਵੇ, ਜੋ ਗੁਰੂ ਚਰਨਾਂ ਦੇ ਵਿੱਚ ਆਪਾ ਧਾਵ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਦਾ, ਐਸੀਆਂ ਮਿਸਾਲਾਂ ਜਿਹੜੀਆਂ ਇਤਿਹਾਸ ਦੇ ਵਿੱਚ ਬਿਆਨਤੀ ਮਿਲਦੀਆਂ ਨੇ ਕਿ ਜਿਨ੍ਹਾਂ ਉੱਤੇ ਗੁਰੂ ਨੇ ਆਪਣੀ ਬਖਸ਼ਿਸ਼ ਕਰਕੇ, ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੌਡੇ ਰਾਸ ਵਰਗੇ, ਸੱਜੇ ਠਾਗਣ ਵਰਗੇ ਉਹਨਾਂ ਉੱਤੇ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਜੀਵਨ ਜਾਸ ਬਖਸ਼ੀ। ਇਸੇ ਤਰ੍ਹਾਂ ਬਿਆਨਤ ਹੀ ਹੋਰ ਸੰਸਾਰ ਦੇ ਵਿੱਚ ਇਤਿਹਾਸ ਦੇ ਵਿੱਚ ਗੁਰਸਿੱਖ ਮਹਾਂਪੁਰਸ਼ ਮਿਲਦੇ ਆ ਜਿਨ੍ਹਾਂ ਉੱਤੇ ਗੁਰੂ ਦਰ ਦੇ ਉੱਤੇ ਆਏ ਤੇ ਗੁਰੂ ਨੇ ਆਪਣੀ ਪੂਰਨ ਬਖਸ਼ਿਸ਼ ਕਰਕੇ ਉਹਨਾਂ ਨੂੰ ਜੀਵਨ ਦਾਤ ਬਖਸ਼ੀ। ਇਸੇ ਤਰ੍ਹਾਂ ਹੀ ਐਸਾ ਵੱਡਾ ਕਿੰਨਾ ਵੱਡਾ ਬਖਸ਼ ਦਿੱਤਾ ਮੈਨੂੰ ਆਪ ਜੀ ਦਾ ਬਚਨ ਸੁਣਦਿਆਂ ਮਹਾਨ ਯੋਧੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਾਬਾ ਬਿਧੀ ਚੰਦ ਸਾਹਿਬ ਜੀ ਬਾਬਾ ਬਿਧੀ ਚੰਦ ਜੀ, ਦੇਖੋ ਲੱਖੂ ਧਾੜਵੀ ਜੀ, ਕੈਸਾ ਜੀਵਨ ਸੀ। ਸਤਿਗੁਰ ਦੀ ਸ਼ਰਨ ਚ ਆਏ ਤੇ ਮੈਂ ਕਹਿੰਦਾ ਮੁਕਤੀਆਂ ਦੇਣ ਵਾਲੇ ਬਣ ਗਏ, ਮੁਕਤੀਆਂ ਦੇਣ ਵਾਲੇ ਬਣ ਗਏ। ਖੁਦ ਹੀ ਮੁਕਤ ਨਹੀਂ ਹੋਏ, ਮੁਕਤੀਆਂ ਦੇਣ ਵਾਲੇ। ਅੱਜ ਉਹਨਾਂ ਦੇ ਸਥਾਨਾਂ ਦੇ ਉੱਤੇ ਆਪਾਂ ਸੁਰ ਸਿੰਘ ਦੇਖਦੇ ਹਾਂ ਕਿ ਲੱਖਾਂ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਐਸਾ ਪਿਆਰ ਹੈ ਉਸ ਸਥਾਨ ਦੇ ਜੀ, ਕਿਉਂਕਿ ਸਤਿਗੁਰਾਂ ਦੀ ਜਿਹੜੀ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਆ ਨਾ,
ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੀ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ। ਕਿਉਂਕਿ ਆਪ ਤੇ ਮੁਕਤ ਹੁੰਦੇ ਨੇ ਤੇ ਉਸ ਸੰਸਾਰ ਦੇ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਮੁਕਤੀ ਦਿੰਦੇ ਨੇ। ਐਸੇ ਬਹੁਤ ਸਾਰੇ ਜਿਹੜੇ ਗੁਰਸਿੱਖ ਹੋਏ ਨੇ, ਜਿਸ ਤਰ੍ਹਾਂ ਭਗਤ ਨਾਮ ਦੀ ਜੋ ਭਗਤ ਤਰਲੋਚਨ ਜੀ ਆਉਂਦੇ ਸੀ ਤੇ ਕਹਿੰਦੇ ਸਾਡੀ ਬੇਨਤੀ ਕਰੋ ਉਸ ਪਰਮਾਤਮਾ ਦੇ ਚਰਨਾਂ 'ਚ ਕਿ ਸਾਡਾ ਮਿਲਾਪ ਕਿਸ ਤਰ੍ਹਾਂ ਹੋਵੇ। ਤੇ ਭਗਤ ਨਾਮਦੇਵ ਜੀ ਕਹਿੰਦੇ ਜਦੋਂ ਪੁੱਛਿਆ ਸੀ ਪਰਮਾਤਮਾ ਨੇ, ਕਹਿੰਦੇ ਸੀ ਇਸ ਤਰ੍ਹਾਂ ਨਹੀਂ ਸਾਡਾ ਮਿਲਾਪ ਤੋਂ ਜਾਂਦਾ, ਮੈਂ ਹੋ ਦੀਨ ਭਗਤੀ ਦੇ ਅਸੀਂ ਤੇ ਭਗਤੀ ਦੇ ਅਧੀਨ ਆ ਕਿ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਅਸੀਂ ਤੇ ਉਹਨਾਂ ਉੱਤੇ ਜਿਹੜੀ ਆਪਣੀ ਬਖਸ਼ਿਸ਼ ਕਰਦੇ ਆ। ਐਸੇ ਹੀ ਜਿਹੜੇ ਗੁਰਸਿੱਖ ਜਿਹੜੇ ਨੇ ਗੁਰੂ ਚਰਨਾਂ ਦੇ ਨਾਲ ਜੁੜ ਗਏ, ਜਿਨ੍ਹਾਂ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ, ਉਹਨਾਂ ਨੂੰ ਮਹਾਨ ਜਿਹੜਾ ਹੈ ਉਹਨਾਂ ਰੁਤਬਾ ਪ੍ਰਾਪਤ ਹੋਇਆ ਇਸ ਸੰਸਾਰ ਦੇ ਵਿੱਚ ਵੀ, ਗੁਰੂ ਚਰਨਾਂ ਦੇ ਵਿੱਚ ਵੀ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ। ਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਬਹੁਤ ਮਹਾਨ ਬਖਸ਼ਿਸ਼ ਹੋਣ ਕਰਕੇ ਹੀ ਐਡਾ ਵੱਡਾ ਪਦ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਇਆ। ਤਾਂ ਹੀ ਤੇ ਸਤਿਗੁਰਾਂ ਨੇ ਜਦੋਂ ਮਾਤਾ ਗੰਗਾ ਜੀ ਨੂੰ ਭੇਜਣਾ ਕੀਤਾ ਸੀ ਕਿ ਪੁੱਤਰ ਦੀ ਦਾਤ ਜਿਹੜੀ ਹੈ ਤੁਹਾਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦੀ ਹੈ, ਕਿਉਂਕਿ ਸਤਿਗੁਰੂ ਤੇ ਆਪ ਪੁੱਤਰਾਂ ਦੇ ਦਾਤੇ ਨੇ, ਹਰੇਕ ਨੂੰ ਪੁੱਤਰ ਬਖਸ਼ਦੇ ਨੇ। ਜੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਮਾਤਾ ਸੁਲੱਖਣੀ ਨੂੰ ਲਿਖ ਕੇ ਦੇ ਸਕਦੇ ਨੇ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਤਰਜਾਮੀ ਸਾਰਾ ਕੁਝ, ਪਰ ਨਹੀਂ ਇੱਕ ਸਿੱਖ ਦਾ ਜਿਹੜਾ ਵਿਲੱਖਣ ਸੀ ਕਿ ਇੱਕ ਗੁਰਸਿੱਖ ਦੀ ਜਿਹੜੀ ਵਡਿਆਈ ਸੀ ਕਿ ਜਿਹੜਾ ਗੁਰੂ ਘਰ ਦਾ ਆਨੰਦ ਸੇਕਵ ਹੈ, ਜਿਹੜਾ ਗੁਰੂ ਘਰ ਦਾ ਆਨੰਦ ਪ੍ਰੇਮੀ ਹੈ, ਉਸ ਸਿੱਖ ਦੀ ਵਿਲੱਖਣ ਵਡਿਆਈ ਕਿ ਉਹਦੇ ਵਿੱਚ ਕਿੰਨੀ ਪਾਵਰ ਹੈ ਕਿ ਉਹ ਜਿਹੜਾ ਸਤਿਗੁਰਾਂ ਨੇ ਕਿਰਪਾ ਕਰਕੇ ਫਿਰ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਭੇਜਣਾ ਕੀਤਾ ਸੀ ਕਿ ਜਾਓ ਤੁਸੀਂ ਮਿੱਸੇ ਪ੍ਰਸਾਦੇ ਲੱਸੀ 4 ਗੰਢਾਂ ਲੈ ਕੇ ਜਾਓ। ਤੇ ਜਦੋਂ ਮਾਤਾ ਜੀ ਗਏ ਸੀ ਉੱਥੇ ਨੰਗੇ ਪੈਰੀਂ ਗਏ ਤੇ ਬਾਬਾ ਜੀ ਦੂਰੋਂ ਆਵਾਜ਼ ਮਾਰ ਕੇ ਮਾਤਾ ਜੀ ਦੇ ਕੋਲੋਂ ਪ੍ਰਸ਼ਾਦਾ ਲਿਆ। ਤੇ ਜਦੋਂ ਬਾਬਾ ਜੀ ਪ੍ਰਸ਼ਾਦਾ ਛਕਣ ਲੱਗੇ ਤੇ ਜਦੋਂ ਗੰਢਾ ਮੁੱਕੀ ਮਾਰ ਕੇ ਭੰਨਿਆ ਤੇ ਨਾਲ ਹੀ ਬਚਨ ਕੀਤਾ ਕਿ ਜਿਹੜਾ ਆਪ ਜੀ ਦੇ ਘਰ ਪੁੱਤਰ ਹੋਵੇਗਾ ਉਹ ਇੰਨਾ ਯੋਧਾ ਬੜੀ ਮਾਂ ਬੜੀ ਹੋਵੇਗਾ ਤੇ ਉਹ ਦੁਸ਼ਮਣਾਂ ਦੇ ਜਿਹੜੇ ਸਿਰ ਆ ਉਹਨਾਂ ਦੇ ਟੋਟੇ ਟੋਟੇ ਕਰ ਦੇਵੇਗਾ, ਉਹਨਾਂ ਨੂੰ ਭਰ ਦੇਵੇਗਾ। ਕਿਉਂਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਗੁਰਬਾਣੀ ਵਿੱਚ ਵੀ ਬਖਸ਼ਿਸ਼ ਕੀਤੀ ਹੈ ਨਾ, 5 ਪਿਆਲੇ 5 ਗੁਰ 60 ਪੀਰ ਪੈਠਾ ਵਿੱਚ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੁੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਾਰ ਉਪਕਾਰੀ। ਕਿਉਂਕਿ ਉਹ ਦਲਾਂ ਨੂੰ ਭੰਜਣ ਵਾਲਾ ਆਪ ਜੀ ਦੇ ਘਰ ਜਿਹੜਾ ਪੈਦਾ ਹੋਵੇਗਾ, ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਪੁੱਤਰ ਦੀ ਦਾਤ ਬਖਸ਼ੀ, ਨਾਲ ਵਰਦੇ ਜਾਂਦੇ ਨੇ ਕਿ ਜਿਹੜਾ ਉਹ ਪੈਦਾ ਹੋਵੇਗਾ ਐਡਾ ਬੜੀ ਮਾਂ ਬੜੀ ਹੋਵੇਗਾ ਕਿ ਉਹ ਜਿਹੜਾ ਸੰਸਾਰ ਦੇ ਵਿੱਚ ਗੁਲਾਮੀ ਦੀਆਂ ਜੰਜੀਰਾਂ ਕੌਮ ਦੇ ਉੱਤੇ ਪਈਆਂ ਨੇ ਉਹਨਾਂ ਨੂੰ ਵੀ ਉਹ ਨਾਸ ਕਰੇਗਾ। ਤਾਂ ਹੀ ਹਰਗੋਬਿੰਦ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਬਚਨਾਂ ਕਰਕੇ 2 ਤਲਵਾਰਾਂ ਉਹਨਾਂ ਨੇ ਪਹਿਨਣੀਆਂ ਕੀਤੀਆਂ ਸੀ। ਤੇ ਉਸ ਸਮੇਂ ਜਿਹੜਾ ਸੁਤੰਤਰ ਕਰਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੱਸਣਾ ਕੀਤਾ ਸੀ ਕਿ ਅਸੀਂ ਜਿਹੜਾ ਜ਼ੁਲਮ ਆ ਉਹਦਾ ਟਾਕਰਾ ਕਿਸ ਤਰ੍ਹਾਂ ਕਰਨਾ। ਕਿਉਂਕਿ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਹਿਲੋਂ ਤਲਵਾਰ ਜਿਹੜੀ ਉਹ ਪਕੜਨੀ ਕੀਤੀ ਸੀ ਤੇ ਜਹਾਂਗੀਰ ਬਾਦਸ਼ਾਹ ਵੀ ਜਦੋਂ ਜਹਾਂਗੀਰ ਬਾਦਸ਼ਾਹ ਨੇ ਸੱਦਿਆ ਸੀ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਦਿੱਲੀ ਵਿੱਚ, ਤੇ ਜਦੋਂ ਵੇਖੇ ਨਾਲ ਸਿੱਖ ਯੋਧੇ ਵੇਖੇ ਤੇ ਬੜਾ ਭੈ ਭੀਤ ਹੋਇਆ ਕਿ ਪਹਿਲੇ ਸਤਿਗੁਰੂ ਤੇ ਬੜੇ ਸ਼ਾਂਤੀ ਵਾਲੇ ਸੀ, ਇਹਨਾਂ ਬੜੇ ਸਿੱਖ ਸੂਰਮੇ ਨਾਲ ਬੜੇ ਰੱਖੇ ਨੇ, ਇਹ ਕਿਤੇ ਮੇਰਾ ਰਾਜ ਹੀ ਨਾ ਖੋਹ ਲੈਣ। ਤੇ ਭੈ ਭੀਤ ਹੋ ਕੇ ਹੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹਨੇ ਨਮਸਕਾਰ ਕੀਤੀ ਸੀ ਜਹਾਂਗੀਰ ਬਾਦਸ਼ਾਹ ਨੇ ਕਿ ਇਹ ਜਿਹੜੇ 6ਵੇਂ ਪਾਤਸ਼ਾਹ ਨੇ ਕਿ ਬੜੇ ਯੋਧੇ, ਕਿਉਂਕਿ ਉਹਨਾਂ ਦੇ ਘੋੜੇ ਉੱਤੇ ਚੜ੍ਹ ਕੇ ਪੂਰੇ ਸ਼ਸਤਰ ਬਸਤਰ ਸਜਾ ਕੇ ਚੱਲਦੇ ਸੀ। ਇਹ ਵੀ ਬਖਸ਼ ਜਿਹੜੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਤੇ ਨਾਲ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਤੇ ਪਹਿਲੇ ਜਿਹੜੇ ਮੁੱਖ ਗ੍ਰੰਥੀ ਸੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੁਭਾਗ ਪ੍ਰਾਪਤ ਹੋਇਆ। ਅੱਜ ਵੀ ਜਿਹੜੇ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਬਾਬਾ ਜੀ ਦੇ ਦਰ ਦੇ ਉੱਤੇ ਸੇਵਾ ਕਰਦੇ ਨੇ ਸ਼ਰਧਾ ਭਾਵਨਾ ਦੇ ਨਾਲ, ਉਹਨਾਂ ਨੂੰ ਵੀ ਕਿਸੇ ਚੀਜ਼ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਘਾਟਾ ਨਹੀਂ ਰਹਿਣ ਦਿੰਦੇ। ਕਿਉਂਕਿ ਸਾਡਾ ਆਪਣਾ ਵੀ ਜੀਵਨ ਇਸ ਤਰ੍ਹਾਂ ਦਾ ਹੀ ਹੈ, ਕਿਉਂਕਿ ਬਹੁਤ ਲੰਮਾ ਸਮਾਂ ਜਿਹੜਾ ਅਸੀਂ ਜਿਹੜਾ ਜੇਲ੍ਹ 'ਚ ਕੱਟਿਆ ਸੀ, ਉਸ ਤੋਂ ਬਾਅਦ ਇੱਥੇ ਆ ਕੇ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ ਕਿ ਉੱਥੇ ਅਸੀਂ ਅਰਦਾਸ ਬੇਨਤੀ ਕਰਦੇ ਹੁੰਦੇ ਸੀ
ਕਿ ਸੱਚੇ ਪਾਤਸ਼ਾਹ ਸਾਡੇ ਕੋਲ ਬਾਹਰ ਜਾ ਕੇ ਸੇਵਾ ਲੈ ਲਿਓ, ਪਰ ਉਹ ਸਾਡੀਆਂ ਅਰਦਾਸ ਬੇਨਤੀਆਂ ਨੇ ਸਾਨੂੰ ਇਸ ਦਰ ਦੇ ਉੱਤੇ ਸੇਵਾ ਜਿਹੜੀ ਹੈ ਉਹ ਬਖਸ਼ਿਸ਼ ਕੀਤੀ, ਜਿਹੜੇ ਸਾਡੇ ਵੱਸ ਦੀ ਕੋਈ ਗੱਲ ਨਹੀਂ ਸੀ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਤੇ ਉਸ ਗੁਰੂ ਨੇ ਇੰਨੀ ਮਹਾਨ ਬਖਸ਼ਿਸ਼ ਕੀਤੀ ਹੈ ਕਿ ਸਾਰੀਆਂ ਹੀ ਦਾਤਾਂ ਉਸ ਪਰਮਾਤਮਾ ਨੇ ਦੇਣੀਆਂ ਕੀਤੀਆਂ। ਜਿਹੜਾ ਵੀ ਇੱਥੇ ਪਾਠੀ ਸਿੰਘ, ਗ੍ਰੰਥੀ ਸਿੰਘ, ਸੇਵਾਦਾਰ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ, ਗੁਰੂ ਦੇ ਸਿੱਖ ਹੋਰ ਆ ਕੇ ਸੇਵਾ ਕਰਦੇ ਨੇ। ਇੱਥੇ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਬਾਹਰ ਛਬੀਲ ਤੇ ਨਾਲ ਕਰਮਾਂ ਦੀ ਸੇਵਾ ਕਰਦੇ ਆ। ਉਹ ਇਸੇ ਕਰਕੇ ਕਰਦੇ ਨੇ ਕਿ ਜਿੰਨੇ ਵੀ ਇੱਥੇ ਬੱਚੇ ਆ ਕੇ ਸੇਵਾ ਕਰਦੇ ਨੇ ਉਹਨਾਂ ਚੋਂ ਬਹੁਤ ਸਾਰੇ ਬੱਚੇ ਜਿਹੜੇ ਭਰਤੀ ਹੋ ਗਏ, ਬਹੁਤ ਸਾਰੇ ਬੱਚੇ ਉਹਨਾਂ ਚੋਂ ਬਾਹਰ ਚਲ ਗਏ। ਉਹਨਾਂ ਵੱਲ ਵੇਖ ਕੇ ਅੱਗੇ ਤੋਂ ਅੱਗੇ ਹੋਰ ਜਿਹੜੇ ਨੌਜਵਾਨ ਸਿੱਖ ਨੇ ਬਹੁਤ ਆ ਕੇ ਸੇਵਾ ਕਰਦੇ ਨੇ ਕਿ ਬਾਬਾ ਜੀ ਦੇ ਦਰ ਦੇ ਉੱਤੇ ਸੇਵਾ ਕਰਨ ਦੇ ਨਾਲ ਸਾਡੀ ਜਿਹੜੇ ਮਨ ਦੀਆਂ ਜਿਹੜੀਆਂ ਇੱਛਾ ਨੇ, ਮਨ ਦੀਆਂ ਕਾਮਨਾ ਸਾਡੀਆਂ ਪੂਰੀਆਂ ਹੁੰਦੀਆਂ ਨੇ। ਤਾਂ ਹੀ ਇਸ ਦਰ ਦੇ ਉੱਤੇ ਤੁਸੀਂ ਇੱਧਰ ਵੇਖੋ ਸਾਰੇ ਕੈਮਰਾ ਘੁਮਾ ਕੇ ਕਿ ਬਹੁਤ ਸਾਰੀਆਂ ਸੰਗਤਾਂ ਹੋਰ ਥੋੜੇ ਚਿਰ ਨੂੰ ਇੱਥੇ ਸਾਰੇ ਹੀ ਉਹਨਾਂ ਕਰਮਾਂ ਦੀ ਸੇਵਾ ਕਰਨੀ ਆ, ਤੱਪੜ ਝਾੜ ਦੀ ਸੇਵਾ ਕਰਨੀ ਹੈ। ਤੇ ਕਿਉਂ ਕਰਦੇ ਨੇ? ਕਿਉਂਕਿ ਉਹਨਾਂ ਦੇ ਮਨ ਦੀ ਸੰਤੁਸ਼ਟੀ ਹੁੰਦੀ ਹੈ, ਉਹਨਾਂ ਉੱਤੇ ਸਤਿਗੁਰ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪਣੀ ਪੂਰਨ ਬਖਸ਼ਿਸ਼ ਕਰਦੇ ਹੈ। ਬਿਲਕੁਲ, ਇਹ ਮਿਹਰ ਦੀਆਂ ਦਾਤਾਂ, ਮਿਹਰਾਂ, ਬਖਸ਼ਿਸ਼ਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਸੋ ਇਹ ਐਸਾ ਦਰ ਹੈ, ਇੱਥੋਂ ਸਭ ਕੁਝ ਹੀ ਮਿਲਦਾ। ਜਿਹੜੀ ਭਾਵਨਾ ਰੱਖ ਕੇ ਚੱਲਦੇ ਨੇ, ਜਿਨ੍ਹਾਂ ਦੀ ਭਾਵਨਾ, ਜਿਨ੍ਹਾਂ ਦੀ ਸ਼ਰਧਾ ਪੂਰੀ ਹੁੰਦੀ ਹੈ। ਤੇ ਭਾਈ ਸਾਹਿਬ ਹੋਰਾਂ ਨੇ ਬੜਾ ਆਪਣੇ ਜੀਵਨ ਦਾ ਵੀ ਇੱਕ ਬੜਾ ਵਡਮੁੱਲਾ ਸਾਡੇ ਨਾਲ ਬਚਨ ਸਾਂਝਾ ਕੀਤਾ। ਸੋ ਇਸ ਗੱਲ ਦੇ ਵਾਸਤੇ ਸਦਾ ਹੀ ਗੁਰਸਿੱਖ ਨੂੰ ਰਜੋਈਆਂ ਕਰਨੀਆਂ ਬਣਦੀਆਂ ਨੇ ਕਿ ਪਾਤਸ਼ਾਹ ਕਿਤੇ ਕਿਰਪਾ ਕਰ, ਸੇਵਾ ਬਖਸ਼। ਤੇ ਜਿਹਨੂੰ ਉਹ ਸੇਵਾ ਦੇਖ ਦਿੰਦਾ, ਜਿਹਨੂੰ ਸੇਵਾ ਬਖਸ਼ ਦਿੰਦਾ, ਤੇ ਫਿਰ ਉਹਦਾ ਹਾਲਤ ਪਲਤ ਦੋਨੋਂ ਹੀ ਸਵਾਰ ਦਿੰਦਾ। ਸੋ ਇਸ ਦਰ ਦੇ ਉੱਤੇ ਮੈਂ ਸਮਝਦਾ ਕਿ ਜਿਹੜਾ ਇੱਥੇ ਦਾ ਸੁਨੇਹਾ, ਇੱਥੋਂ ਦੀਆਂ ਜਿਹੜੀਆਂ ਰਹਿਮਤਾਂ ਨੇ, ਉਹ ਕੁੱਲ ਜਗਤ ਦੇ ਵਿੱਚ ਵਸਦੀਆਂ ਸੰਗਤਾਂ ਇਸ ਵਕਤ ਉਹਨੂੰ ਮਾਣ ਰਹੀਆਂ ਨੇ। ਸੋ ਇਸ ਦਰ ਵੱਲੋਂ ਕੁਝ ਬਚਨ ਹੋਰ ਮੈਂ ਸਮਝਦਾ ਕਿ ਅਖੀਰ 'ਚ ਆਪ ਜੀ ਸਾਡੇ ਨਾਲ ਸਾਂਝੇ ਕਰਦੇ ਜੀ। ਸੋ ਸਾਧ ਸੰਗਤ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਹੁਣ ਅਸੀਂ ਥੋੜ੍ਹੀ ਜਿਹੀਆਂ ਗੁਰਬਾਣੀ ਦੀਆਂ ਪੰਕਤੀਆਂ ਦੇ ਨਾਲ ਬਾਬਾ ਜੀ ਦੇ ਵਿਚਾਰ ਕਰਾਂਗੇ। ਕਿਉਂਕਿ ਜਿਸ ਤਰ੍ਹਾਂ ਸੁਖਮਨੀ ਸਾਹਿਬ ਜੀ ਦਾ ਪਹਿਲਾ ਪਦ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੇਪ। ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੈ, ਕਿਉਂਕਿ ਸੰਸਾਰ ਦੇ ਵਿੱਚ ਇੱਕ ਐਸੀ ਕੁਝ ਲੋਕਾਂ ਦੀ ਅਵਸਥਾ ਬਣੀ ਹੈ ਕਿ ਉਹ ਭੇਖ ਨੂੰ ਵੇਖ ਕੇ ਕਿਸੇ ਨੂੰ ਸੰਤ ਕਹਿ ਦਿੰਦੇ ਨੇ, ਕਿਸੇ ਨੂੰ ਸਾਧ ਕਹਿ ਦਿੰਦੇ ਨੇ, ਕਿਸੇ ਨੂੰ ਮਹਾਂਪੁਰਸ਼ ਕਹਿ ਦਿੰਦੇ ਨੇ, ਕਿਸੇ ਨੂੰ ਬ੍ਰਹਮ ਗਿਆਨੀ ਕਹਿ ਦਿੰਦੇ ਨੇ। ਪਰ ਉਹਨਾਂ ਲੋਕਾਂ ਨੇ ਉਹ ਭਰਮ ਭੁਲੇਖੇ ਵਿੱਚ ਪਏ ਹੁੰਦੇ ਨੇ, ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ, ਸੰਤ ਦੀ ਅਵਸਥਾ ਕੀ ਹੈ, ਜਾਂ ਸਾਧ ਦੀ ਅਵਸਥਾ ਕੀ ਹੈ। ਇਹ ਸਾਰਾ ਕੁਝ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਵਿੱਚ ਦੱਸਣਾ ਕੀਤਾ। ਸੁਖਮਨੀ ਸਾਹਿਬ ਦੀਆਂ 3 ਅਸ਼ਟਪਦੀਆਂ ਨੇ, ਅਗਮ ਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵਤਾ, ਸਾਧ ਜਨਾਂ ਕੀ ਅਚਰਜ ਕਥਾ। ਇਹ ਜਿਹੜੇ ਸਾਧ ਜਨ ਹੁੰਦੇ ਨੇ, ਸਾਧ ਗੁਰਮੁਖ ਜਨ ਨੂੰ ਆਖਿਆ। ਗੁਰਮੁਖ ਜਨ ਜਿਸ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਕਿ ਜਿਹਦਾ ਗੁਰੂ ਵੱਲ ਮੁੱਖ ਹੈ, ਜਿਹੜੇ ਗੁਰੂ ਵੱਲ ਮੁੱਖ ਕਰਦੇ ਨੇ ਉਹਨਾਂ ਨੂੰ ਗੁਰਮੁਖ ਜਨ ਕਹਿੰਦੇ ਨੇ। ਜਿਹੜੇ ਗੁਰੂ ਤੋਂ ਮੁੱਖ ਪਰੇ ਨੂੰ ਕਰ ਲੈਂਦੇ ਉਹਨਾਂ ਨੂੰ ਮਗਨ ਮੁੱਖ ਕਹਿੰਦੇ ਨੇ। ਕਿਉਂਕਿ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ ਲੈਂਦਾ, ਉਹਨੂੰ ਕਦੀ ਵੀ ਕੋਈ ਲੇਪ ਭਾਵ ਕੇ ਉਹਨੂੰ ਕਦੀ ਵੀ ਕੋਈ ਜਿਹੜਾ ਉੱਤੇ ਦੋਸ਼ ਨਹੀਂ ਲੱਗ ਸਕਦਾ। ਜੈਸੇ ਜਲ ਮੇ ਕਮਲ ਲੇਪ, ਜੈਸੇ ਜਲ ਦੇ ਵਿੱਚ ਕਮਲ ਦਾ ਫੁੱਲ ਜਿਹੜਾ ਭਾਵੇਂ ਚਿੱਕੜ ਦੇ ਵਿੱਚ ਵੀ ਉੱਗਾ ਹੋਵੇ ਪਰ ਫਿਰ ਵੀ ਉਹ ਚੁੱਕੜ ਤੋਂ ਉੱਪਰ ਉਹ ਰਹਿੰਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਬ੍ਰਹਮ ਗਿਆਨੀ ਹੈ ਉਹ ਸਦਾ ਹੀ ਅਲੇਪ ਰਹਿੰਦੇ ਨੇ ਕਿਤੇ। ਪਰ ਸੰਸਾਰ ਦੇ ਵਿੱਚ ਜਿਹੜਾ ਬਚਨ ਕੀਤਾ ਕਿ ਲੋਕ ਕਈ ਵਾਰ ਪਹਿਰਾਵੇ ਨੂੰ ਵੇਖ ਕੇ ਕਹਿ ਦਿੰਦੇ ਨੇ, ਪਰ ਇਸ ਤਰ੍ਹਾਂ ਦਾ ਜਿਹੜਾ ਬਚਨ ਉਹ ਨਹੀਂ ਕਰਨਾ ਚਾਹੀਦਾ। ਕਿਉਂਕਿ ਬ੍ਰਹਮ ਗਿਆਨੀ ਦੀ ਅਵਸਥਾ, ਬ੍ਰਹਮ ਗਿਆਨੀ ਜਾਣੇ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ, ਜਾਂ ਸਾਧ ਦੀ ਅਵਸਥਾ ਹੈ, ਜਾਂ ਸੰਤ ਦੀ ਅਵਸਥਾ ਹੈ, ਉਹ ਹੀ ਜਾਣ ਸਕਦਾ ਹੈ ਕਿ ਜਿਹਦੀ ਓਡੀ ਉੱਚੀ ਅਵਸਥਾ ਹੋਵੇ। ਦੂਸਰਾ ਮਨੁੱਖ ਉਸ ਬਾਰੇ ਕੁਛ ਨਹੀਂ ਕਹਿ ਸਕਦਾ ਕਿ ਇਹਦੇ ਅੰਦਰ ਕੀ ਹੈ। ਤੇ ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਦੇ ਨੇ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸਰਬ ਸੂਰ ਕੋ ਸੋਖ। ਤੇ ਬ੍ਰਹਮ ਗਿਆਨੀ ਨੂੰ ਕਦੀ ਦੋਸ਼ ਨਹੀਂ ਦਿੱਤਾ ਜਾ ਸਕਦਾ। ਜਿਸ ਤਰ੍ਹਾਂ ਸੂਰਜ ਹੈ, ਸੂਰਜ ਦੀ ਜਿਹੜੀ ਰੋਸ਼ਨੀ ਹੈ, ਸੂਰਜ ਦੀ ਜਿਹੜੀ ਤਪਸ ਹੈ, ਉਹ ਸਾਰਿਆਂ ਨੂੰ ਇੱਕੋ ਜਿੰਨੀ ਪੈਂਦੀ ਹੈ। ਇਹ ਨਹੀਂ ਕਿ ਗਰੀਬ ਨੂੰ ਘੱਟ ਹੈ ਜਾਂ ਅਮੀਰ ਨੂੰ ਵੱਧ ਹੈ।
ਇਸੇ ਤਰ੍ਹਾਂ ਜਿਹੜੇ ਗਿਆਨੀ ਹੈ ਉਹਦੀ ਜਿਹੜੀ ਦ੍ਰਿਸ਼ਟੀ ਹੈ ਜਾਂ ਉਹਦਾ ਸੰਸਾਰ ਦੇ ਵਿੱਚ ਵਿਚਰਦਿਆਂ ਉਹਦੀ ਬਖਸ਼ਿਸ਼ ਹੈ ਉਹ ਸਾਰਿਆਂ ਤੇ ਬਰਾਬਰ ਦੀ ਹੁੰਦੀ ਹੈ, ਭਾਵੇਂ ਕੋਈ ਵੀ ਜੀਵ ਉਹਨਾਂ ਦੀ ਸ਼ਰਨ ਵਿੱਚ ਕਿਸੇ ਤਰ੍ਹਾਂ ਦਾ ਵੀ ਆ ਜਾਵੇ। ਜਿਸ ਤਰ੍ਹਾਂ ਸਤਿਗੁਰਾਂ ਦੀ ਸ਼ਰਨ ਵਿੱਚ ਭਾਵੇਂ ਕੋਈ ਕਿਸ ਤਰ੍ਹਾਂ ਦਾ ਮਰਜ਼ੀ ਜੀਵ ਆ ਜਾਵੇ, ਸਤਿਗੁਰ ਇਹ ਨਹੀਂ ਕਿਸੇ ਨੂੰ ਕਹਿੰਦੇ ਕਿ ਭਾਈ ਤੂੰ ਬੜਾ ਲਿਬੜਿਆ ਤਿਬੜਿਆ ਜਾਂ ਤੂੰ ਪਾਪ ਕਰਕੇ ਆ ਗਿਆ ਜਾਂ ਤੂੰ ਬਹੁਤ ਚੰਗਾ ਜੀਵ ਹੈ। ਕਿ ਸਤਿਗੁਰ ਜਿਹੜੇ ਨੇ ਉਹ ਪਤਤ ਪਾਵਨ ਨੇ। ਜੇ ਕੋਈ ਪਤਤ ਆਉਂਦਾ ਤੇ ਸਤਿਗੁਰ ਉਹਨੂੰ ਪਵਿੱਤਰ ਕਰ ਦਿੰਦੇ ਨੇ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜੇ ਅਸੀਂ ਪਤਤ ਨਾ ਹੁੰਦੇ ਤੇ ਆਪ ਨੂੰ ਪਤਤ ਪਾਵਨ ਕੌਣ ਕਹਿੰਦਾ ਕਿ ਪਤਤਾਂ ਨੂੰ ਪਾਵਨ ਕਰਦੇ ਜੇ। ਕਿਉਂਕਿ ਇਸੇ ਤਰ੍ਹਾਂ ਹੀ ਗੁਰੂਦਾਰ ਦੇ ਉੱਤੇ ਜਿਹੜੇ ਭੁੱਲੇ ਚੁੱਕੇ ਜੀਵ ਆਉਂਦੇ ਹੈ, ਸਤਿਗੁਰ ਵੀ ਉਹਨਾਂ ਦੇ ਉੱਤੇ ਬਖਸ਼ਿਸ਼ ਕਰਕੇ ਕਿਰਪਾ ਕਰਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲੇ ਬਣਾ ਦਿੰਦੇ ਨੇ। ਤੇ ਬ੍ਰਹਮ ਗਿਆਨੀ ਦਰ ਦੇ ਉੱਤੇ ਵੀ ਜਿਹੜੇ ਇਹੋ ਜਿਹੇ ਜੀਵ ਹੁੰਦੇ ਆ, ਉਹ ਬ੍ਰਹਮ ਗਿਆਨੀ ਆਪਣੀ ਦ੍ਰਿਸ਼ਟੀ ਕਰਕੇ ਆਪਣੀ ਬਖਸ਼ਿਸ਼ ਕਰਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲੇ ਬਣਾ ਦਿੰਦੇ ਨੇ। ਸਾਡੇ ਵੇਖਣ ਦੇ ਵਿੱਚ ਇੱਥੇ ਬਹੁਤ ਸਾਰੇ ਜਿਹੜੇ ਕੇਸਾਂ ਤੋਂ ਰਹਿਤ ਮਨੁੱਖ ਸੀ, ਉਹਨਾਂ ਨੇ ਕੇਸ ਰੱਖੇ, ਉਹਨਾਂ ਨੇ ਦਾੜੀ ਰੱਖੀ, ਪੰਜਾਂ ਪਿਆਰਿਆਂ ਦੇ ਕੋਲੋਂ ਉਹਨਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁਰੂ ਵਾਲੇ ਬਣੇ। ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਉਹਨਾਂ ਨੇ ਇਸ ਦਰ ਦੇ ਉੱਤੇ ਆ ਕੇ ਜਦੋਂ ਗੁਰਬਾਣੀ ਸੁਣਨੀ, ਕਥਾ ਸੁਣਨੀ, ਗੁਰੂ ਨੇ ਬਖਸ਼ਿਸ਼ ਕੀਤੀ, ਉਹ ਵੀ ਵੱਡੇ ਜੀਵਨ ਵਾਲੇ ਬਣ ਗਏ। ਹੁਣ ਵੀ ਜਿਹੜੇ ਇਸ ਦਰ ਦੇ ਉੱਤੇ ਆਉਂਦੇ ਨੇ, ਇੱਥੇ ਆ ਕੇ ਜੀਵਨ ਵਹਿੰਦੇ ਨੇ, ਉਹਨਾਂ ਦਾ ਜੀਵਨ ਵੀ ਉੱਚਾ ਸੁੱਚਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਸਾਰੇ ਜੀਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਵੀ ਜੀਵ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਵੱਲ ਵੇਖ ਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਦਾ ਓਟ ਆਸਰਾ ਲੈਂਦੇ ਨੇ, ਗੁਰੂ ਦੀ ਬਾਣੀ ਪੜ੍ਹਦੇ ਹੈ, ਗੁਰੂ ਦੀ ਬਾਣੀ ਸੁਣਦੇ ਆ। ਕਿਉਂਕਿ ਸਾਨੂੰ ਗੁਰੂ ਦੀ ਬਾਣੀ ਦਾ ਪੜ੍ਹਨ ਸੁਣਨ ਦਾ ਹੁਕਮ ਹੈ। ਕਿਉਂਕਿ ਕਰੂੰ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸਹੇਲਾ, ਔਦ ਘਟੇ ਦਿਨ ਸਰਹਿ ਨਾਰੇ, ਮਨ ਗੁਰ ਮਿਲ ਕਾ ਸਵਾਰੇ। ਕਿ ਮੇਰੇ ਮਨ ਗੁਰੂ ਨੂੰ ਮਿਲ ਕੇ ਕਿ ਜਿਹੜਾ ਮਨੁੱਖਾ ਜਨਮ ਦਾ ਕਾਰਜ ਹੈ ਇਹਨੂੰ ਸਵਾਰ ਲਾ। ਜਿਹੜੇ ਵੀ ਜੀਵ ਸੰਸਾਰ ਦੇ ਵਿੱਚ ਵਿਚਰਦੇ ਆ, ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ, ਪਰਿਵਾਰ ਦੀ ਪਰਵਰਿਸ਼ ਕਰਦੇ ਆ, ਨਾਲ ਕਿਰਤ ਕਰਦੇ ਨੇ ਜਾਂ ਨੌਕਰੀ ਕਰਦੇ ਨੇ, ਨਾਲ ਨਾਲ ਗੁਰੂ ਦੀ ਸੇਵਾ ਸਿਮਰਨ ਕਰਦੇ ਨੇ, ਉਹ ਜੀਵ ਆਪਣਾ ਮਨੁੱਖਾ ਜਨਮ ਸਫਲ ਕਰਕੇ ਇਸ ਸੰਸਾਰ ਤੋਂ ਜਾਂਦੇ ਹੈ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ ਜੀ, ਅਸੀਂ ਸਰਬੱਤ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਗੁਰੂ ਦਰ ਦੇ ਉੱਤੇ ਆ ਕੇ ਹੀ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਭੁੱਲੇ ਚੁੱਕੇ ਜੀਵ ਹਾਂ, ਆਪ ਜੀ ਦੀ ਸ਼ਰਨ ਵਿੱਚ ਆਏ ਆ, ਸਾਡੇ ਤੇ ਵੀ ਮਿਹਰ ਕਰੋ, ਦਇਆ ਕਰੋ, ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ, ਅੰਮ੍ਰਿਤ ਦੀ ਦਾਤ ਬਖਸ਼ੋ, ਜੇ ਸਦਕਾ ਸਾਡਾ ਲੋਕ ਸੁਖੀਆ ਤੇ ਪਰਲੋਕ ਸਹੇਲਾ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अल्लाह नूर उपाया कुदरत के सब